ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਪੰਜਾਬ ਮੇਲ ਯੂਐਸਏ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਸੁਰਭੀ ਸ਼ਰਮਾ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਪੇਸ਼ਾਂ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਨਵੀਂ ਵਿਦਿਆਰਥੀ ਵੀਜ਼ਾ ਪਾਬੰਦੀਆਂ। ਕਮਲਾ ਹੈਰਿਸ ਮੱਧ ਵਰਗ ਅਤੇ ਸ਼ਹਿਰੀ ਵੋਟਰਾਂ ਵਿੱਚ ਟਰੰਪ ਨਾਲੋਂ ਵਧੇਰੇ ਪ੍ਰਸਿੱਧ ਹਨ। ਅਮਰੀਕਾ 'ਚ ਟਲਿਆ ਵੱਡਾ ਅੱਤਵਾਦੀ ਹਮਲਾ, ਅਫਗਾਨ ਨਾਗਰਿਕ ਨੂੰ ਕੀਤਾ ਗ੍ਰਿਫਤਾਰ। ਗਾਜ਼ਾ ਲੈਬਨਾਨ ਵਿੱਚ ਇਜ਼ਰਾਈਲੀ ਹਮਲੇ ਜਾਰੀ, ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਮੱਧ ਪੂਰਬ ਵਿੱਚ ਤਣਾਅ ਘਟਾਉਣ ਦੀ ਲੋੜ। ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਬੁਚ ਨੂੰ ਕਰੂ ਨੋ ਮਿਸ਼ਨ ਦੋਵਾਂ ਨੂੰ ਵਾਪਸ ਲੈਣ ਲਈ ਹੋਇਆ ਰਵਾਨਾ। ਓਬਾਮਾ ਦਾ ਦਾਅਵਾ, ਹੈਰਿਸ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਵੀ ਪਿਛਲੇ ਉਮੀਦਵਾਰ ਵਾਂਗ ਤਿਆਰ ਹੈ। ਟਰੰਪ ਦੇ ਤਿੱਖਾ ਹਮਲਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ਾਂ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ ਪੜ ਰਹੇ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਲਈ ਲੋੜੀਂਦੇ F1 ਵੀਜ਼ਾ ਨਾਲ ਸੰਬੰਧਿਤ ਨਿਯਮਾਂ ਨੂੰ ਹਾਲ ਹੀ ਵਿੱਚ ਸਖਤ ਕਰ ਦਿੱਤਾ ਗਿਆ, ਜੋ ਮੌਜੂਦਾ ਅਤੇ ਭਵਿੱਖ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰੁਕਾਵਟਾਂ ਪੈਦਾ ਕਰ ਰਿਹਾ ਹੈ। ਬਿਜ਼ਨਸ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਅਪਡੇਟ ਕੀਤੇ ਨਿਯਮਾਂ ਵਿੱਚ ਵਿਦਿਆਰਥੀ ਵੀਜ਼ਾ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਅਮਰੀਕਾ ਤੋਂ ਬਾਹਰ ਬਿਤਾਏ ਜਾਣ ਵਾਲੇ ਸਮੇਂ ਤੇ ਹੋਰ ਸਖਤ ਸੀਮਾਵਾਂ ਲਾਗੂ ਕਰਦੇ ਹਨ। ਹੁਣ ਇਹ ਸੀਮਾ ਉਹਨਾਂ ਦੇ ਅਕੈਡਮਿਕ ਪ੍ਰੋਗਰਾਮ ਦੌਰਾਨ ਲਗਾਤਾਰ 5 ਮਹੀਨਿਆਂ ਤੱਕ ਸੀਮਿਤ ਕਰ ਦਿੱਤੀ ਗਈ ਹੈ। ਇਸ ਬਦਲਾਅ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ ਵਿੱਚ ਪੜ੍ਹਾਈ ਦੀਆਂ ਯੋਜਨਾਵਾਂ, ਇੰਟਰਨਸ਼ਿਪਸ ਅਤੇ ਅਕੈਡਮਿਕ ਬ੍ਰੇਕਾਂ ਵਿੱਚ ਵਿਘਨ ਪੈਣ ਦਾ ਖਤਰਾ ਹੈ। ਰਿਪੋਰਟ ਦੇ ਅਨੁਸਾਰ ਇਹਨਾਂ ਨਵੀਆਂ ਪਾਬੰਦੀਆਂ ਦੇ ਪ੍ਰਭਾਵ ਨੇ ਭਾਰਤੀ ਅਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ, ਖਾਸ ਤੌਰ ਤੇ ਅੰਤਰਰਾਸ਼ਟਰੀ ਗਤੀਸ਼ੀਲਤਾ ਤੇ ਜ਼ੋਰ ਦੇਣ ਵਾਲੇ ਪ੍ਰੋਗਰਾਮਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸੋਧੇ ਹੋਏ ਨਿਯਮ ਵੀਜ਼ਾ ਸਥਿਤੀ ਨੂੰ ਖਤਰੇ ਵਿੱਚ ਪਾਏ ਬਿਨਾਂ ਗਲੋਬਲ ਸਿੱਖਿਆ ਪ੍ਰੋਗਰਾਮਾਂ, ਵਿਦੇਸ਼ਾਂ ਵਿੱਚ ਇੰਟਰਨਸ਼ਿਪਾਂ ਅਤੇ ਵਿਸਤ੍ਰਿਤ ਖੋਜ ਪ੍ਰੋਜੈਕਟਾਂ ਦੀ ਸਹੂਲਤ ਦੇ ਸਕਦੇ ਹਨ। ਨਵੀਆਂ ਪਾਬੰਦੀਆਂ ਦੇ ਤਹਿਤ ਵਿਦਿਆਰਥੀਆਂ ਨੂੰ ਆਪਣੀ ਅਕੈਡਮਿਕ ਅਤੇ ਪੇਸ਼ੇਵਰ ਗਤੀਵਿਧੀਆਂ ਦੀ ਸਾਵਧਾਨੀ ਨਾਲ ਯੋਜਨਾ ਬਣਾਉਣੀ ਪਵੇਗੀ ਤਾਂ ਜੋ ਉਹ ਅਮਰੀਕਾ ਤੋਂ ਬਾਹਰ 5 ਮਹੀਨਿਆਂ ਦੀ ਸੀਮਾ ਤੋਂ ਵੱਧ ਨਾ ਜਾਣ। ਗਲੋਬਲ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲਿਆਂ ਲਈ ਇਸ ਦਾ ਮਤਲਬ ਸਿੱਖਣ ਦੇ ਮਹੱਤਵਪੂਰਨ ਮੌਕਿਆਂ ਨੂੰ ਛੱਡਣਾ ਜਾਂ ਵਿਦੇਸ਼ਾਂ ਵਿੱਚ ਛੋਟੀਆਂ ਜਾਂ ਜ਼ਿਆਦਾ ਵਾਰ ਯਾਤਰਾਵਾਂ ਕਰਨਾ ਹੋ ਸਕਦਾ ਹੈ। ਮੌਜੂਦਾ ਵਿਦਿਆਰਥੀ ਵਿਦੇਸ਼ਾਂ ਵਿੱਚ ਇੰਟਰਨਸ਼ਿਪਾਂ ਜਾਂ ਖੋਜ ਪ੍ਰੋਜੈਕਟਾਂ ਲਈ ਆਪਣੀਆਂ ਯੋਜਨਾਵਾਂ ਵਿੱਚ ਵਿਘਨ ਪਾ ਸਕਦੇ ਹਨ, ਖਾਸ ਤੌਰ ਤੇ STEM ਯਾਨੀ STEM ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ, ਜਿੱਥੇ ਅੰਤਰਰਾਸ਼ਟਰੀ ਮੌਕੇ ਅਕਸਰ ਮਹੱਤਵਪੂਰਨ ਹੁੰਦੇ ਹਨ। ਅਮਰੀਕੀ ਯੂਨੀਵਰਸਿਟੀਆਂ ਨੂੰ ਵੀਜ਼ਾ ਦੀਆਂ ਨਵੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਗਲੋਬਲ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਐਡਜਸਟ ਕਰਨਾ ਹੋਵੇਗਾ ਅਤੇ ਵਿਦੇਸ਼ਾਂ ਦੇ ਤਜਰਬਿਆਂ ਜਾਂ ਵਰਚੁਅਲ ਵਿਕਲਪਾਂ ਲਈ ਥੋੜੇ ਸਮੇਂ ਦੇ ਅਧਿਐਨ ਵੱਲ ਮੁੜ ਰਹੇ ਹਨ। ਇਸ ਤੋਂ ਇਲਾਵਾ ਨਵੀਆਂ ਪਾਬੰਦੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ ਰੁਕਾਵਟ ਪਾ ਸਕਦੀਆਂ ਹਨ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਵਿਸ਼ਵ ਵਿਆਪੀ ਮੌਕਿਆਂ ਦੀ ਭਾਲ ਕਰਦੇ ਹਨ, ਜੋ ਕਿ ਇੱਕ ਅਮਰੀਕੀ ਸਿੱਖਿਆ ਰਵਾਇਤੀ ਤੌਰ ਤੇ ਪੇਸ਼ ਕਰਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੁਣੌਤੀਆਂ ਦੇ ਬਾਵਜੂਦ ਨਵੀਆਂ ਪਾਬੰਦੀਆਂ ਨਾਲ ਅਮਰੀਕਾ 'ਚ ਲੰਬੇ ਸਮੇਂ ਤੱਕ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੁਝ ਫਾਇਦੇ ਹੋ ਸਕਦੇ ਹਨ। ਕੈਂਪਸ ਵਿੱਚ ਲੰਬੇ ਸਮੇਂ ਤੱਕ ਰਹਿਣਾ ਮਜ਼ਬੂਤ ਐਕੈਡਮਿਕ ਕਨੈਕਸ਼ਨ ਵਿਕਸਿਤ ਕਰ ਸਕਦਾ ਹੈ ਅਤੇ ਅਮਰੀਕੀ ਐਕੈਡਮਿਕ ਸੱਭਿਆਚਾਰ ਵਿੱਚ ਏਕੀਕਰਨ ਵਧਾ ਸਕਦਾ ਹੈ। ਕੁਝ ਯੂਨੀਵਰਸਿਟੀਆਂ ਰਵਾਇਤੀ ਅੰਤਰਰਾਸ਼ਟਰੀ ਯਾਤਰਾ ਲਈ ਨਵੀਨਤਾਕਾਰੀ ਵਿਕਲਪਾਂ ਦੀ ਖੋਜ ਕਰ ਰਹੀਆਂ ਹਨ, ਜਿਵੇਂ ਕਿ ਵਰਚੁਅਲ ਐਕਸਚੇਂਜ ਅਤੇ ਰਿਮੋਟ ਖੋਜ ਸਹਿਯੋਗ। ਹਾਲਾਂਕਿ ਇਹ ਵਿਕਲਪ ਇੱਕੋ ਜਿਹੇ ਸੱਭਿਆਚਾਰਕ ਸਮਾਵੇਸ਼ ਪ੍ਰਦਾਨ ਨਹੀਂ ਕਰ ਸਕਦੇ। ਇਹ ਵਿਦਿਆਰਥੀਆਂ ਨੂੰ ਇੱਕ ਵਿਸ਼ਵ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਅੰਤਰਰਾਸ਼ਟਰੀ ਨੈਟਵਰਕ ਬਣਾਉਣ ਵਿੱਚ ਮਦਦ ਕਰ ਸਕਦੇ ਹਨ। F1 ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ। ਅਮਰੀਕਾ ਵਿੱਚ ਅਕੈਡਮਿਕ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਦੀ ਲੋੜ ਹੈ। ਇਹ ਵੀਜ਼ਾ ਵਿਦਿਆਰਥੀਆਂ ਨੂੰ ਛੁੱਟੀਆਂ ਅਤੇ ਇੰਟਰਨਸ਼ਿਪਾਂ ਸਮੇਤ ਵੱਖ-ਵੱਖ ਕਾਰਨਾਂ ਕਰਕੇ ਇੱਕ ਨਿਸ਼ਚਿਤ ਸਮੇਂ ਲਈ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਨਿਰਧਾਰਿਤ ਮਿਆਦ ਤੋਂ ਵੱਧ ਵਿਦੇਸ਼ ਯਾਤਰਾ ਨਹੀਂ ਕਰ ਸਕਦੇ, ਕਿਉਂਕਿ ਹਾਲੀਆ ਤਬਦੀਲੀ ਹੁਣ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਸੰਯੁਕਤ ਰਾਜ ਤੋਂ ਬਾਹਰ ਵੱਧ ਤੋਂ ਵੱਧ 5 ਮਹੀਨੇ ਬਿਤਾਉਣ ਦੀ ਆਗਿਆ ਦੇਵੇਗੀ। ਇਹ ਉਹਨਾਂ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲਿਆਂ ਲਈ ਵੱਡੀਆਂ ਚੁਣੌਤੀਆਂ ਪੈਦਾ ਕਰੇਗਾ, ਜਿਨ੍ਹਾਂ ਲਈ ਅੰਤਰਰਾਸ਼ਟਰੀ ਤਜਰਬੇ ਦੀ ਲੋੜ ਹੁੰਦੀ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਅਮਰੀਕਾ ਦੇ ਮੱਧ ਵਰਗ ਅਤੇ ਸ਼ਹਿਰੀ ਵੋਟਰਾਂ ਵਿੱਚ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ਨੂੰ ਪਛਾੜ ਦਿੱਤਾ ਹੈ। ਇਹ ਦਾਅਵਾ ਰਿਊਟਰਸ ਅਤੇ ਆਈਪਸੋਸ ਦੇ ਤਾਜ਼ਾ ਸਰਵੇਖਣ ਵਿੱਚ ਕੀਤਾ ਗਿਆ। ਸਰਵੇਖਣ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਾਈਡਨ ਦੇ ਦੌਰ ਤੋਂ ਹਟਣ ਤੋਂ ਬਾਅਦ ਟਰੰਪ ਨੇ ਇਨ੍ਹਾਂ ਸ਼੍ਰੇਣੀਆਂ 'ਚ ਸਭ ਤੋਂ ਅੱਗੇ ਸੀ, ਪਰ ਹੁਣ ਹੈਰਿਸ ਇਨ੍ਹਾਂ ਦੋ ਪ੍ਰਮੁੱਖ ਆਬਾਦੀਆਂ 'ਚ ਅੱਗੇ ਹਨ। ਇਸ ਨਾਲ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਡੈਮੋਕ੍ਰੇਟਸ ਦੀ ਜਿੱਤ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਹਾਲਾਂਕਿ ਦੌੜ ਵਿੱਚ ਅਜੇ ਵੀ ਇੱਕ ਨਜ਼ਦੀਕੀ ਦੌੜ ਹੈ। ਉਪਨਗਰੀ ਵੋਟਰ ਅਮਰੀਕੀ ਵੋਟਰਾਂ ਦਾ ਲਗਭਗ ਅੱਧਾ ਹਿੱਸਾ ਬਣਾਉਂਦੇ ਹਨ। ਸਰਵੇਖਣ ਦੇ ਅਨੁਸਾਰ ਬਾਈਡਨ ਦੇ ਦੌੜ ਤੋਂ ਪਿੱਛੇ ਹਟਣ ਤੋਂ ਪਹਿਲਾਂ ਟਰੰਪ ਉਪਨਗਰੀ ਵੋਟਰਾਂ ਵਿੱਚ ਜੂਨ ਅਤੇ ਜੁਲਾਈ ਵਿੱਚ 40% ਦੇ ਮੁਕਾਬਲੇ 43% ਦੀ ਅਗਵਾਈ ਕਰ ਰਹੇ ਸਨ। ਹੈਰਿਸ ਨੇ ਇਸ ਅੰਤਰ ਨੂੰ ਬੰਦ ਕਰਨਾ ਸ਼ੁਰੂ ਕੀਤਾ ਜਦੋਂ ਉਸਨੇ ਜੁਲਾਈ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸਤੰਬਰ ਅਤੇ ਅਕਤੂਬਰ ਦੇ ਸਰਵੇਖਣਾਂ ਵਿੱਚ ਉਪਨਗਰੀ ਵੋਟਰਾਂ ਵਿੱਚ ਉਸ ਨੂੰ ਟਰੰਪ ਉੱਤੋਂ 47% ਤੋਂ 41% ਦੀ बढ़त ਮਿਲੀ ਸੀ। ਇਸ ਦੌਰਾਨ 50,000 ਤੋਂ $1 ਲੱਖ ਦੀ ਕਮਾਈ ਕਰਨ ਵਾਲੇ ਵੋਟਰਾਂ ਵਿੱਚੋਂ ਟਰੰਪ ਨੂੰ 44% ਅਤੇ ਬਾਈਡਨ ਨੂੰ 37% ਦੀ ਸਮਰਥਨ ਹਾਸਲ ਸੀ। ਪਰ ਮੈਦਾਨ 'ਚ ਆਉਣ ਤੋਂ ਬਾਅਦ ਹੈਰਿਸ ਨੇ ਟਰੰਪ ਤੇ 2 ਅੰਕਾਂ ਦੀ बढ़त ਬਣਾ ਲਈ। ਉਸਨੇ ਟਰੰਪ ਨੂੰ 9 ਅੰਕਾਂ ਦੇ ਝੂਲੇ ਵਿੱਚ ਵੀ ਹਰਾਇਆ। ਰਾਈਟਰਸ ਇਪਸੋਸ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਵੋਟਰਾਂ ਵਿੱਚ ਹੁਣ ਆਰਥਿਕਤਾ ਸਭ ਤੋਂ ਵੱਡਾ ਮੁੱਦਾ ਹੈ। ਅਕਤੂਬਰ ਵਿੱਚ ਕਰਵਾਏ ਗਏ ਇੱਕ ਸਰਵੇਖਣ ਵਿੱਚ 44% ਵੋਟਰਾਂ ਨੇ ਕਿਹਾ ਕਿ ਅਰਥ ਵਿਵਸਥਾ ਦੇ ਲਿਹਾਜ਼ ਨਾਲ ਟਰੰਪ ਬਿਹਤਰ ਉਮੀਦਵਾਰ ਹਨ, ਜਦਕਿ ਸਿਰਫ 38% ਹੈਰਿਸ ਨੂੰ ਚੰਗਾ ਮੰਨਦੇ ਹਨ। ਸਰਵੇਖਣ ਮੁਤਾਬਿਕ ਇਹ ਵੋਟਰ ਵੀ ਟਰੰਪ ਨੂੰ ਇਮੀਗ੍ਰੇਸ਼ਨ ਅਤੇ ਅਪਰਾਧ ਨਾਲ ਜੁੜੇ ਮੁੱਦਿਆਂ ਤੇ ਜ਼ਿਆਦਾ ਭਰੋਸੇਮੰਦ ਉਮੀਦਵਾਰ ਵਜੋਂ ਦੇਖਦੇ ਹਨ। ਟਰੰਪ ਦਾ ਬਾਈਡਨ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਮਹਿੰਗਾਈ ਲਈ ਜ਼ਿੰਮੇਵਾਰ ਠਹਿਰਾਉਣਾ ਵੀ ਵੋਟਰਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਸ ਦੌਰਾਨ ਹੈਰਿਸ ਨੇ ਮੱਧ ਵਰਗ ਵਿੱਚ ਆਪਣੀ ਪਹੁੰਚ ਨੂੰ ਵਧਾਉਣ ਲਈ ਆਪਣੇ ਭਾਸ਼ਣਾਂ ਵਿੱਚ ਪੂਰਾ ਧਿਆਨ ਦਿੱਤਾ। ਉਸ ਨੂੰ ਲੋਕਤੰਤਰ ਦੀ ਰੱਖਿਆ ਕਰਨ ਅਤੇ ਸਿਆਸੀ ਕੱਟੜਤਾ ਵਿਰੁੱਧ ਸਟੈਂਡ ਲੈਣ ਲਈ ਬਿਹਤਰ ਉਮੀਦਵਾਰ ਮੰਨਿਆ ਜਾਂਦਾ ਹੈ। ਅਮਰੀਕਾ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਦੇਸ਼ 'ਚ ਚੋਣਾਂ ਵਾਲੇ ਦਿਨ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਇੱਕ ਅਫਗਾਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਵਿਅਕਤੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਸੀ ਅਤੇ ਅਮਰੀਕਾ 'ਚ ਚੋਣਾਂ ਵਾਲੇ ਦਿਨ ਵੱਡੀ ਭੀੜ ਨੂੰ ਨਿਸ਼ਾਨਾ ਬਣਾ ਕੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਓਕਲਾਹੋਮਾ ਸਿਟੀ ਦੇ 27 ਸਾਲਾ ਦੇ ਨਾਸਿਰ ਅਹਿਮਦ ਤੋਹੀਦੀ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਜਾਂਚਕਰਤਾਵਾਂ ਨੂੰ ਦੱਸਿਆ ਕਿ ਚਾਰਜਿੰਗ ਦਸਤਾਵੇਜ਼ਾਂ ਦੇ ਅਨੁਸਾਰ ਉਸਨੇ ਅਗਲੇ ਮਹੀਨੇ ਚੋਣਾਂ ਵਾਲੇ ਦਿਨ ਹਮਲੇ ਦੀ ਯੋਜਨਾ ਬਣਾਈ ਸੀ। ਉਸਨੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਹਮਲੇ ਤੋਂ ਬਾਅਦ ਉਸਦੇ ਅਤੇ ਉਸਦੇ ਇੱਕ ਸਾਥੀ ਦੇ ਸ਼ਹੀਦ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੋਹੀਦੀ ਸਤੰਬਰ 2021 ਵਿੱਚ ਅਮਰੀਕਾ ਆਇਆ ਸੀ ਅਤੇ ਹਮਲੇ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਹਾਲ ਹੀ ਦੇ ਹਫ਼ਤਿਆਂ ਵਿੱਚ ਕੁਝ ਕਦਮ ਚੁੱਕੇ ਸਨ। ਇਸ ਲਈ ਉਸਨੇ AK-47 ਰਾਈਫਲਾਂ ਮੰਗਵਾਈਆਂ ਸਨ, ਆਪਣੀ ਪਰਿਵਾਰਕ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੀ ਪਤਨੀ ਅਤੇ ਬੱਚੇ ਨੂੰ ਅਫਗਾਨਿਸਤਾਨ ਭੇਜਣ ਲਈ ਹਵਾਈ ਟਿਕਟਾਂ ਵੀ ਖਰੀਦੀਆਂ ਸਨ। ਹਾਲਾਂਕਿ FBI ਦੇ ਹਲਫਨਾਮੇ ਵਿੱਚ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਤੋਹੀਦੀ ਜਾਂਚਕਾਰਾਂ ਦੇ ਧਿਆਨ ਵਿੱਚ ਕਿਵੇਂ ਆਇਆ। ਇਹ ਹਾਲ ਹੀ ਦੇ ਮਹੀਨਿਆਂ ਵਿੱਚ ਸਬੂਤਾਂ ਦਾ ਹਵਾਲਾ ਦਿੰਦਾ ਹੈ ਜੋ ਹਮਲੇ ਦੀ ਯੋਜਨਾ ਬਣਾਉਣ ਵਿੱਚ ਉਸ ਦੀ ਦ੍ਰਿੜਤਾ ਨੂੰ ਦਰਸਾਉਂਦਾ ਹੈ। ਆਪਣੀ ਪਛਾਣ ਤੋਹੀਦੀ ਦੀ ਪਤਨੀ ਵਜੋਂ ਦੱਸਦੀ ਔਰਤ ਨੇ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਔਰਤ ਨੇ ਆਪਣਾ ਨਾਂ ਨਹੀਂ ਦੱਸਿਆ। ਉਹਨਾਂ ਨੇ ਕਿਹਾ, ਅਸੀਂ ਮੀਡੀਆ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੱਧ ਪੂਰਬ 'ਚ ਚੱਲ ਰਹੇ ਸੰਘਰਸ਼ ਤੇ ਚਿੰਤਾ ਪ੍ਰਗਟਾਈ ਹੈ। ਉਹਨਾਂ ਨੇ ਕਿਹਾ ਕਿ ਮੱਧ ਪੂਰਬ ਵਿੱਚ ਤਣਾਅ ਘਟਾਉਣ ਦੀ ਲੋੜ ਹੈ, ਜੋ ਗਾਜ਼ਾ ਅਤੇ ਲੈਬਨਾਨ ਵਿੱਚ ਇਜ਼ਰਾਈਲ ਤੇ ਹਮਲਿਆਂ ਕਾਰਨ ਮਹੀਨਿਆਂ ਤੋਂ ਤਣਾਅ ਵਾਲਾ ਖੇਤਰ ਹੈ। ਧਿਆਨਯੋਗ ਹੈ ਕਿ ਗਾਜ਼ਾ ਤੇ ਲੈਬਨਾਨ ਵਿੱਚ ਅਜੇ ਵੀ ਜੰਗਬੰਦੀ ਸੰਭਵ ਨਹੀਂ ਹੈ। ਦਰਅਸਲ ਇਜ਼ਰਾਈਲ ਨੇ ਪਿਛਲੇ ਹਫ਼ਤੇ ਲੈਬਨਾਨ ਵਿੱਚ ਕਈ ਹਮਲੇ ਕੀਤੇ ਸਨ, ਜਿਸ ਵਿੱਚ ਹਿਜ਼ਬੁੱਲਾ ਨੂੰ ਭਾਰੀ ਨੁਕਸਾਨ ਹੋਇਆ ਸੀ। ਇਸ ਦੇ ਨਾਲ ਹੀ ਇਨ੍ਹਾਂ ਹਮਲਿਆਂ ਦੇ ਜਵਾਬ 'ਚ ਈਰਾਨ ਨੇ ਇਜ਼ਰਾਈਲ ਤੇ ਹਮਲਾ ਕੀਤਾ। ਹਾਲਾਂਕਿ ਇਸ 'ਚ ਕਿਸੇ ਦੀ ਮੌਤ ਨਹੀਂ ਹੋਈ ਹੈ। ਅਮਰੀਕਾ ਨੇ ਇਸ ਇਰਾਨੀ ਹਮਲੇ ਨੂੰ ਬੇਅਸਰ ਕਰਾਰ ਦਿੱਤਾ ਸੀ। ਹਾਲਾਂਕਿ ਹੁਣ ਇਜ਼ਰਾਈਲ ਈਰਾਨ ਤੇ ਹਮਲਾ ਕਰ ਸਕਦਾ ਹੈ। ਇਸ ਦੇ ਨਾਲ ਹੀ ਹਮਾਸ ਦੀਆਂ ਕਾਰਵਾਈਆਂ ਕਾਰਨ ਗਾਜ਼ਾ ਵਿੱਚ 7 ਅਕਤੂਬਰ ਤੋਂ ਜੰਗ ਚੱਲ ਰਹੀ ਹੈ। ਬਾਈਡਨ ਨੇ ਗਾਜ਼ਾ ਵਿੱਚ ਚੱਲ ਰਹੇ ਯੁੱਧ ਨੂੰ ਰੋਕਣ ਲਈ 31 ਮਈ ਨੂੰ 3 ਪੜਾਅ ਦੀ ਜੰਗਬੰਦੀ ਯੋਜਨਾ ਪੇਸ਼ ਕੀਤੀ ਸੀ। ਹਾਲਾਂਕਿ ਇਸ ਤੋਂ ਕੁਝ ਨਹੀਂ ਨਿਕਲਿਆ। ਇਸ ਦੇ ਨਾਲ ਹੀ ਲੈਬਨਾਨ, ਵਾਸ਼ਿੰਗਟਨ ਅਤੇ ਪੈਰਿਸ ਨੇ ਸਤੰਬਰ ਦੇ ਅੰਤ ਵਿੱਚ 21 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਇਜ਼ਰਾਈਲ ਨੇ ਰੱਦ ਕਰ ਦਿੱਤਾ ਸੀ। ਲਾਸ ਵੇਗਾਸ ਰਵਾਨਾ ਹੋਣ ਤੋਂ ਪਹਿਲਾਂ ਕਮਲਾ ਹੈਰਿਸ ਨੇ ਗਾਜ਼ਾ ਅਤੇ ਲੈਬਨਾਨ ਦੀ ਸਥਿਤੀ ਤੇ ਕਿਹਾ, ਸਾਨੂੰ ਜੰਗਬੰਦੀ ਤੇ ਪਹੁੰਚਣਾ ਹੋਵੇਗਾ, ਸਾਨੂੰ ਤਣਾਅ ਘੱਟ ਕਰਨਾ ਹੋਵੇਗਾ।
ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ 'ਚ 1200 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਜੋ ਅਜੇ ਵੀ ਜਾਰੀ ਹੈ। ਫਲਸਤੀਨ ਵਿੱਚ ਹੁਣ ਤੱਕ 40,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਦੇ ਤਹਿਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਦੇ 230 ਮਿਲੀਅਨ ਵਸਨੀਕਾਂ ਵਿੱਚੋਂ ਜ਼ਿਆਦਾਤਰ ਬੇਘਰ ਹੋ ਗਏ ਹਨ। ਇਜ਼ਰਾਈਲ ਦੇ ਵਿਸ਼ਵ ਪੱਧਰ ਤੇ ਨਸਲਕੁਸ਼ੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਹਾਲਾਂਕਿ ਯਰੂਸ਼ਲਮ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਬੁਚ ਨੂੰ ਕਈ ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਹੋਏ ਹਨ। ਦੋਨੋਂ SpaceX ਦਾ ਕਰੂ 9 ਮਿਸ਼ਨ ਦੀ ਦੋਵਾਂ ਨੂੰ ਵਾਪਸ ਲੈਣ ਦੇ ਲਈ ਰਵਾਨਾ ਹੋ ਚੁੱਕਿਆ ਹੈ, ਜਿਸ ਦੀ ਮਦਦ ਨਾਲ ਇਹ ਦੋਵੇਂ ਅਗਲੇ ਸਾਲ ਫਰਵਰੀ 'ਚ ਧਰਤੀ ਤੇ ਵਾਪਸ ਆਉਣਗੇ। ਸ਼ੁਰੂਆਤ 'ਚ ਦੋਵੇਂ ਪੁਲਾੜ ਯਾਤਰੀਆਂ ਨੇ ਇੱਕ ਹਫ਼ਤੇ ਲਈ ਹੀ ਅੰਤਰਰਾਸ਼ਟਰੀ ਪੁਲਾੜ ਕੇਂਦਰ ਜਾਣਾ ਸੀ, ਪਰ ਬਾਅਦ 'ਚ ਪੁਲਾੜ 'ਚ ਖਰਾਬੀ ਕਾਰਨ ਉਹਨਾਂ ਦੇ ਉੱਥੇ ਰੁਕਣ ਦਾ ਸਮਾਂ ਵੱਧ ਗਿਆ। ਇਸ ਦੌਰਾਨ ਇੰਟਰਨੈਸ਼ਨਲ ਸਪੇਸ ਸੈਂਟਰ 'ਚ ਵੱਡੀ ਸਮੱਸਿਆ ਖੜੀ ਹੋ ਗਈ। ਦਰਅਸਲ ਸਪੇਸ ਸੈਂਟਰ ਦੇ ਰੂਸੀ ਹਿੱਸੇ ਵਿੱਚ 2019 ਤੋਂ ਹਵਾ ਲੀਕ ਹੋ ਰਹੀ ਸੀ, ਜੋ ਬਾਅਦ ਵਿੱਚ ਵੱਧ ਗਈ। ਸੁਨੀਤਾ ਦੇ ਪੁਲਾੜ ਸਟੇਸ਼ਨ ਦੇ ਰੁਕਣ ਕਾਰਨ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ। ਰਾਹਤ ਦੀ ਗੱਲ ਇਹ ਹੈ ਕਿ ਹਵਾ ਲੀਕ ਹੋਣ ਦੀ ਸਮੱਸਿਆ ਇੰਨੀ ਵੱਡੀ ਨਹੀਂ ਹੈ ਕਿ ਇਸ ਨਾਲ ਦੋਵਾਂ ਪੁਲਾੜ ਯਾਤਰੀਆਂ ਨੂੰ ਕੋਈ ਵੱਡੀ ਸਮੱਸਿਆ ਹੋ ਸਕਦੀ ਹੈ। ਜਿਸ ਥਾਂ ਤੋਂ ਹਵਾ ਲੀਕ ਹੋ ਰਹੀ ਹੈ ਉਸ ਥਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਾੜ ਸਟੇਸ਼ਨ ਤੋਂ ਹੋ ਰਹੇ ਇਸ ਲੀਕੇਜ ਕਾਰਨ ਹਰ ਰੋਜ਼ ਕਰੀਬ 1.7 ਕਿਲੋ ਹਵਾ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਾਸਾ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਮਲਾ ਹੈਰਿਸ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਡੋਨਾਲਡ ਟਰੰਪ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਉਪ ਰਾਸ਼ਟਰਪਤੀ ਇਸ ਅਹੁਦੇ ਲਈ ਉਸੇ ਤਰ੍ਹਾਂ ਤਿਆਰ ਹਨ ਜਿੰਨਾ ਪਹਿਲਾਂ ਕੋਈ ਰਾਸ਼ਟਰਪਤੀ ਉਮੀਦਵਾਰ ਰਿਹਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਉਮੀਦਵਾਰਾਂ ਵਿਚਕਾਰ ਸਖਤ ਮੁਕਾਬਲਾ ਹੋਵੇਗਾ। ਓਬਾਮਾ ਜੋ ਹੈਰਿਸ ਲਈ ਆਪਣੀ ਪਹਿਲੀ ਪ੍ਰਚਾਰ ਰੈਲੀ ਨੂੰ ਸੰਬੋਧਨ ਕਰਨ ਲਈ ਪੈਂਸਿਲਵੇਨੀਆ ਵਿੱਚ ਹਨ, ਉਹਨਾਂ ਨੇ ਕਿਹਾ ਕਿ ਕਮਲਾ ਇਸ ਅਹੁਦੇ ਲਈ ਉਨੀ ਹੀ ਤਿਆਰ ਹਨ ਜਿੰਨੀ ਕਿ ਕੋਈ ਵੀ ਰਾਸ਼ਟਰਪਤੀ ਉਮੀਦਵਾਰ ਅਤੀਤ ਵਿੱਚ ਰਿਹਾ ਹੈ। ਕਮਲਾ ਇਸ ਤਰ੍ਹਾਂ ਹੈ, ਉਹ ਟਿਮ ਵੋਲਸ ਵਿੱਚ ਵਾਈਟ ਹਾਊਸ ਵਿੱਚ ਇੱਕ ਵਧੀਆ ਸਾਥੀ ਹੋਵੇਗੀ। ਉਸਨੇ ਕਿਹਾ ਕਿ ਜੇ ਤੁਸੀਂ ਕਮਲਾ ਅਤੇ ਟਿਮ ਨੂੰ ਚੁਣਦੇ ਹੋ ਤਾਂ ਉਹ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇਣਗੇ, ਸਗੋਂ ਤੁਹਾਡੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨਗੇ। ਉਹ ਸਮਝਦੇ ਹਨ ਕਿ ਪੈਂਸਿਲਵੇਨੀਆ ਅਤੇ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਤਨਖਾਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮਹਿੰਗਾਈ ਆਖਰਕਾਰ ਹੌਲੀ ਹੋ ਰਹੀ ਹੈ। ਸਿਹਤ ਸੰਭਾਲ ਤੋਂ ਲੈ ਕੇ ਰਿਹਾਇਸ਼ ਤੱਕ, ਕਰਿਆਨੇ ਤੱਕ ਹਰ ਚੀਜ਼ ਦੀਆਂ ਕੀਮਤਾਂ ਅਜੇ ਵੀ ਬਹੁਤ ਜ਼ਿਆਦਾ ਹਨ। ਉਹਨਾਂ ਨੇ ਅੱਗੇ ਵੀ ਕਿਹਾ ਕਿ ਇਨ੍ਹਾਂ ਸਾਰੇ ਖਰਚਿਆਂ ਕਾਰਨ ਤਨਖਾਹ ਬਹੁਤ ਘਟ ਜਾਂਦੀ ਹੈ। ਇਹ ਦੁਖਦਾਈ ਹੈ। ਸਵਾਲ ਇਹ ਹੈ ਕਿ ਕੋਈ ਸੱਚਮੁੱਚ ਇਸ ਬਾਰੇ ਕੁਝ ਕਰਨ ਜਾ ਰਿਹਾ ਹੈ? ਇਹ ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ। ਹੁਣ ਡੋਨਾਲਡ ਟਰੰਪ ਨੇ ਉਹੀ ਕਰਨ ਦੀ ਯੋਜਨਾ ਬਣਾਈ ਹੈ ਜੋ ਉਸ ਨੂੰ ਪਿਛਲੇ ਵਾਰ ਕੀਤਾ ਸੀ। ਅਰਬਪਤੀਆਂ ਤੇ ਵੱਡੀਆਂ ਕੰਪਨੀਆਂ ਨੂੰ ਇੱਕ ਹੋਰ ਵੱਡੀ ਟੈਕਸ ਕਟੌਤੀ ਦਿਓ, ਬਸ ਇਹੀ ਕੰਮ। ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਕਿਸੇ ਕਹਾਣੀਆਂ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਤਾਜ਼ਾ ਮਾਮਲਾ ਇੱਕ ਇਮੀਗ੍ਰੇਸ਼ਨ ਸਲਾਹਕਾਰ ਨਾਲ ਸੰਬੰਧਿਤ ਹੈ, ਜਿਸ ਨੂੰ ਬੇਈਮਾਨੀ ਕਰਨ ਦੇ ਦੋਸ਼ ਹੇਠ ਹਜ਼ਾਰਾਂ ਡਾਲਰ ਦਾ ਜੁਰਮਾਨਾ ਕਰਦਿਆਂ ਇਮੀਗ੍ਰੇਸ਼ਨ ਸਲਾਹਕਾਰ ਦਾ ਲਾਇਸੈਂਸ ਪੱਕੇ ਤੌਰ ਤੇ ਰੱਦ ਕਰ ਦਿੱਤਾ ਗਿਆ। ਅਨੁਸ਼ਾਸਨੀ ਕਮੇਟੀ ਵੱਲੋਂ ਰਘਬੀਰ ਸਿੰਘ ਪਰੋਵਾਲ ਨੂੰ 50,000 ਡਾਲਰ ਜੁਰਮਾਨਾ ਅਦਾ ਕਰਨ ਤੇ 63,790 ਡਾਲਰ ਦਾ ਕਾਨੂੰਨੀ ਖਰਚਾ ਅਦਾ ਕਰਨ ਅਤੇ ਆਪਣੇ ਸਾਬਕਾ ਕਲਾਇੰਟਸ ਨੂੰ 69,000 ਡਾਲਰ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ। 3 ਮੈਂਬਰਾਂ ਵਾਲੀ ਅਨੁਸ਼ਾਸਨੀ ਕਮੇਟੀ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਰਘਬੀਰ ਸਿੰਘ ਪਰੋਵਾਲ ਦਾ ਕਿਰਦਾਰ ਉਸ ਦੀਆਂ ਹਰਕਤਾਂ ਤੋਂ ਜ਼ਰੂਰ ਜ਼ਾਹਰ ਹੁੰਦਾ ਹੈ। ਆਪਣੇ ਕਲਾਇੰਟਸ ਨੂੰ ਇਮੀਗ੍ਰੇਸ਼ਨ ਸਿੱਟੇ ਭੁਗਤਣ ਦੀ ਚੇਤਾਵਨੀ ਦੇਣੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਦੋਂ ਉਹਨਾਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਹੋਵੇ। ਸਿਰਫ ਇੰਨਾ ਹੀ ਨਹੀਂ, ਪੜਤਾਲ ਸ਼ੁਰੂ ਹੋਣ ਮਗਰੋਂ ਇੱਕ ਲਾਇਸੈਂਸੀ ਇਮੀਗ੍ਰੇਸ਼ਨ ਸਲਾਹਕਾਰ ਵੱਲੋਂ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦਾ ਯਤਨ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਨੁਸ਼ਾਸਨੀ ਕਮੇਟੀ ਨੇ ਰਘਬੀਰ ਸਿੰਘ ਦੀਆਂ ਕੋਤਾਹੀਆਂ ਨੂੰ ਗੰਭੀਰ ਕਿਸਮ ਦੀਆਂ ਕਰਾਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਰਘਬੀਰ ਸਿੰਘ 10,000 ਡਾਲਰ ਦਾ ਜੁਰਮਾਨਾ ਅਤੇ ਬਤੌਰ ਖਰਚਾ 10,000 ਡਾਲਰ ਅਦਾ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਅਨੁਸ਼ਾਸਨੀ ਕਮੇਟੀ ਨੇ ਇਸ ਨੂੰ ਪ੍ਰਵਾਨ ਨਾ ਕੀਤਾ। BC ਦੇ ਸਰੀ ਸ਼ਹਿਰ ਵਿੱਚ ਪਰੋਵਾਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸੋਲਿਊਸ਼ਨਸ ਲਿਮਟਿਡ ਦੇ ਮਾਲਕ ਅਤੇ ਡਾਇਰੈਕਟਰ ਰਘਬੀਰ ਸਿੰਘ ਵਿਰੁੱਧ ਸ਼ਿਕਾਇਤ ਕਰਨ ਵਾਲੇ 3 ਸ਼ਖਸ ਇਸ ਵੇਲੇ ਕੈਨੇਡਾ ਵਿੱਚ ਪੱਕੇ ਹੋ ਚੁੱਕੇ ਹਨ।
ਨੈਸ਼ਨਲ ਪੋਸਟ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਰਘਬੀਰ ਸਿੰਘ ਨੇ ਆਪਣੇ ਕਲਾਇੰਟਸ ਤੋਂ ਫਲੈਗਪੋਲ ਸੀਲਿੰਗ ਵੀ ਕਰਵਾਈ। ਉੱਥੇ ਹੀ ਇੱਕ ਟੈਂਪਰੇਰੀ ਰੈਜ਼ੀਡੈਂਸ ਵੱਲੋਂ ਕੀਤੀ ਜਾਂਦੀ ਹੈ ਜਦੋਂ ਉਹ ਮੁਲਕ ਛੱਡਣ ਦੇ 24 ਘੰਟੇ ਦੇ ਅੰਦਰ ਮੁੜ ਬਾਰਡਰ ਤੇ ਪੁੱਜ ਕੇ ਮੌਕੇ ਤੇ ਇਮੀਗ੍ਰੇਸ਼ਨ ਸੇਵਾਵਾਂ ਦੀ ਸਹੂਲਤ ਹਾਸਲ ਕਰਦੇ ਹਨ। ਰਿਪੋਰਟ ਮੁਤਾਬਕ ਰਘਬੀਰ ਸਿੰਘ ਨੇ ਆਪਣੇ ਇੱਕ ਕਲਾਇੰਟ ਵਾਸਤੇ ਨਵੀਂ ਦਿੱਲੀ ਵਿਖੇ ਹਾਈ ਕਮਿਸ਼ਨ ਵਿੱਚ ਵਰਕ ਪਰਮਿਟ ਦੀ ਅਰਜ਼ੀ ਦਾਇਰ ਕੀਤੀ, ਜਿਸ ਦੀ ਸ਼ਨਾਖਤ JS ਵਜੋਂ ਕੀਤੀ ਗਈ। ਕਲਾਇੰਟਸ ਨੇ ਪਰੋਵਾਲ ਨੂੰ $38,700 ਅਦਾ ਕੀਤੇ, ਪਰ ਇਸ ਰਕਮ ਵਿੱਚੋਂ ਕੈਨੇਡਾ ਸਰਕਾਰ ਨੂੰ ਸਿਰਫ $1,125 ਹੀ ਮਿਲੇ। JS ਵੱਲੋਂ ਕੀਤੀ ਸ਼ਿਕਾਇਤ ਮੁਤਾਬਿਕ ਨੌਕਰੀ ਦੌਰਾਨ ਉਸ ਦਾ ਦੱਬ ਕੇ ਸ਼ੋਸ਼ਣ ਕੀਤਾ ਗਿਆ ਅਤੇ ਨਵੇਂ ਇਮੀਗ੍ਰੇਸ਼ਨ ਸਲਾਹਕਾਰ ਦੀ ਮਦਦ ਨਾਲ ਆਖਰਕਾਰ 2021 ਵਿੱਚ ਉਸ ਨੂੰ PR ਮਿਲ ਗਈ। ਅਨੁਸ਼ਾਸਨੀ ਕਮੇਟੀ ਵੱਲੋਂ ਰਘਬੀਰ ਸਿੰਘ ਨੂੰ ਹਦਾਇਤੀ ਦਿੱਤੀ ਗਈ ਹੈ ਕਿ ਉਹ $32,475 ਦੀ ਰਕਮ JS ਨੂੰ ਵਾਪਸ ਕਰੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤਾ ਵਿੱਚ ਆਉਣ ਤੇ ਟੈਕਸ ਲਗਾਉਣ ਦਾ ਵਾਅਦਾ ਕਰਦੇ ਹੋਏ ਦੋਸ਼ ਲਗਾਇਆ ਕਿ ਸਾਰੇ ਪ੍ਰਮੁੱਖ ਦੇਸ਼ਾਂ ਵਿੱਚੋਂ ਭਾਰਤ ਵਿਦੇਸ਼ੀ ਉਤਪਾਦਾਂ ਤੇ ਸਭ ਤੋਂ ਵੱਧ ਡਿਊਟੀ ਲਗਾਉਂਦਾ ਹੈ। ਟਰੰਪ ਨੇ ਡੈਟਰੋਇਟ ਵਿੱਚ ਇੱਕ ਮੁੱਖ ਆਰਥਿਕ ਨੀਤੀ ਭਾਸ਼ਣ ਵਿੱਚ ਕਿਹਾ, ਅਮਰੀਕਾ ਨੂੰ ਮੁੜ ਤੋਂ ਅਸਾਧਾਰਨ ਤੌਰ ਤੇ ਖੁਸ਼ਹਾਲ ਬਣਾਉਣ ਦੀ ਮੇਰੀ ਯੋਜਨਾ ਦਾ ਸਭ ਤੋਂ ਮਹੱਤਵਪੂਰਨ ਤੱਤ ਪਰਸਪਰਤਾ ਹੈ। ਇੱਕ ਅਜਿਹਾ ਸ਼ਬਦ ਹੈ ਜੋ ਮੇਰੀ ਯੋਜਨਾ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਆਮ ਤੌਰ ਤੇ ਫੀਸ ਨਹੀਂ ਲੈਂਦੇ ਹਾਂ। ਮੈਂ ਇਸ ਪ੍ਰਕਿਰਿਆ ਨੂੰ ਵੈਨਾਂ ਅਤੇ ਛੋਟੇ ਟਰੱਕਾਂ ਆਦਿ ਨਾਲ ਸ਼ੁਰੂ ਕੀਤਾ। ਇਹ ਬਹੁਤ ਵਧੀਆ ਸੀ। ਅਸੀਂ ਅਸਲ ਵਿੱਚ ਫੀਸ ਨਹੀਂ ਲੈਂਦੇ। ਚੀਨ 200% ਦੀ ਡਿਊਟੀ ਲਗਾਏਗਾ। ਬ੍ਰਾਜ਼ੀਲ ਭਾਰੀ ਫੀਸ ਵਸੂਲਦਾ ਹੈ, ਹਾਲਾਂਕਿ ਇਨ੍ਹਾਂ ਵਿੱਚੋਂ ਭਾਰਤ ਸਭ ਤੋਂ ਵੱਧ ਫੀਸ ਲੈਂਦਾ ਹੈ। ਉਸਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਫੀਸ ਲੈਂਦਾ ਹੈ। ਭਾਰਤ ਨਾਲ ਸਾਡੇ ਬਹੁਤ ਚੰਗੇ ਸੰਬੰਧ ਹਨ। ਮੇਰਾ ਵੀ ਸੰਬੰਧ ਹੈ, ਖਾਸ ਕਰਕੇ ਨੇਤਾ ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ। ਉਹ ਇੱਕ ਮਹਾਨ ਨੇਤਾ ਹਨ, ਮਹਾਨ ਵਿਅਕਤੀ ਹੈ, ਸੱਚਮੁੱਚ ਇੱਕ ਮਹਾਨ ਵਿਅਕਤੀ। ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ, ਪਰ ਉਹ ਸ਼ਾਇਦ ਬਹੁਤ ਜ਼ਿਆਦਾ ਚਾਰਜ ਕਰਦੇ ਹਨ। ਟਰੰਪ ਦੀਆਂ ਟਿੱਪਣੀਆਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਤੋਂ ਬਾਅਦ ਆਈਆਂ ਹਨ। ਮੋਦੀ ਨੂੰ ਸਰਵੋਤਮ ਵਿਅਕਤੀ ਦੱਸਦੇ ਹੋਏ ਟਰੰਪ ਨੇ ਭਾਰਤੀ ਨੇਤਾ ਨੂੰ ਆਪਣਾ ਦੋਸਤ ਦੱਸਿਆ ਸੀ। ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਟਰੰਪ ਨੇ ਕਿਹਾ ਸੀ ਕਿ ਮੋਦੀ ਨਾਲ ਉਹਨਾਂ ਦੇ ਬਹੁਤ ਚੰਗੇ ਸੰਬੰਧ ਹਨ। ਤੂਫਾਨ ਮਿਲਟਨ ਵੀਰਵਾਰ ਨੂੰ ਫਲੋਰੀਡਾ ਵਿੱਚ ਲੈਂਡਫਾਲ ਕਰਨ ਤੋਂ ਬਾਅਦ ਅਟਲਾਂਟਿਕ ਮਹਾਸਾਗਰ 'ਚ ਦਾਖਲ ਹੋ ਗਿਆ ਅਤੇ ਤੇਜ਼ ਹਵਾਵਾਂ ਅਤੇ ਬਾਰਿਸ਼ ਨਾਲ ਖੇਤਰ ਦੇ ਸ਼ਹਿਰਾਂ 'ਚ ਤਬਾਹੀ ਮਚ ਗਈ। ਤੂਫਾਨ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਮਿਲਟਨ ਨੇ ਬੁੱਧਵਾਰ ਰਾਤ ਨੂੰ ਟੈਂਪਾ ਤੋਂ ਲਗਭਗ 112 ਕਿਲੋਮੀਟਰ ਦੱਖਣ ਵਿੱਚ ਸਿਏਸਟਾ ਬੀਚ ਨੂੰ ਸ਼੍ਰੇਣੀ 3 ਦੇ ਤੂਫਾਨ ਵਜੋਂ ਟਕਰਾਇਆ। ਤੂਫਾਨ ਨੇ ਫਲੋਰੀਡਾ ਦੇ 3.4 ਮਿਲੀਅਨ ਤੋਂ ਵੱਧ ਘਰਾਂ ਦੀ ਬਿਜਲੀ ਬੰਦ ਕਰ ਦਿੱਤੀ। ਹਾਲਾਂਕਿ ਤੂਫਾਨ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਗਵਰਨਰ ਰੋਨ ਨੇ ਕਿਹਾ ਹੈ ਕਿ ਇਹ ਸਭ ਤੋਂ ਖਰਾਬ ਸਥਿਤੀ ਨਹੀਂ ਹੈ। ਟੈਂਪਾ ਨੇ ਸ਼ਾਇਦ ਉਸ ਤਬਾਹਕੁਨ ਤੂਫਾਨ ਨੂੰ ਨਹੀਂ ਦੇਖਿਆ ਜਿਸ ਦਾ ਡਰ ਸੀ, ਪਰ ਅਜੇ ਵੀ ਖੇਤਰ ਵਿੱਚ ਇੱਕ ਵੱਡੀ ਐਮਰਜੈਂਸੀ ਹੈ। ਰਾਜਪਾਲ ਦੇ ਅਨੁਸਾਰ ਤੂਫਾਨ ਕਾਰਨ ਖੇਤਰ ਦੇ ਕੁਝ ਹਿੱਸਿਆਂ ਵਿੱਚ 18 ਇੰਚ ਤੱਕ ਮੀਂਹ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਖਤਰਾ ਖਤਮ ਨਹੀਂ ਹੋਇਆ ਹੈ ਅਤੇ ਫਲੋਰੀਡਾ ਦੇ ਪੂਰਬੀ ਕੇਂਦਰ ਤੱਟ ਦੇ ਜ਼ਿਆਦਾਤਰ ਹਿੱਸੇ ਅਤੇ ਜਾਰਜੀਆ ਦੇ ਉੱਤਰ ਵਿੱਚ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦੱਖਣੀ ਕੈਰੋਲੀਨਾ ਦੇ ਤੱਟ ਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਫਲੋਰੀਡਾ ਦੇ ਐਟਲਾਂਟਿਕ ਤੱਟ ਤੇ ਫੋਰਟ ਪਿਅਰਸ ਦੇ ਨੇੜੇ ਸਥਿਤ ਸਪੈਨਿਸ਼ ਲੇਕਸ ਕੰਟਰੀ ਕਲੱਬ ਨੂੰ ਭਾਰੀ ਨੁਕਸਾਨ ਪਹੁੰਚਿਆ। ਕਈ ਘਰ ਤਬਾਹ ਹੋ ਗਏ ਅਤੇ ਕੁਝ ਨਿਵਾਸੀ ਮਾਰੇ ਗਏ। ਸੈਂਟ ਲੂਸੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਹੈ ਕਿ ਤੂਫਾਨ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਫਲੋਰੀਡਾ ਦੇ 15 ਖੇਤਰਾਂ ਲਈ ਨਿਕਾਸੀ ਦਾ ਆਦੇਸ਼ ਦਿੱਤੇ ਹਨ, ਜਿਨ੍ਹਾਂ ਦੀ ਕੁੱਲ ਆਬਾਦੀ ਲਗਭਗ 7.2 ਮਿਲੀਅਨ ਹੈ। ਲਗਭਗ 80,000 ਲੋਕਾਂ ਨੇ ਸ਼ੈਲਟਰਾਂ ਵਿੱਚ ਰਾਤ ਕੱਟੀ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ। ਇਸ ਦੌਰਾਨ ਓਰਲੈਂਡੋ, ਵਾਲਟ ਡਿਜ਼ਨੀ ਵਰਲਡ, ਯੂਨੀਵਰਸਲ ਓਰਲੈਂਡੋ ਅਤੇ ਸੀ ਵਰਲਡ ਵੀਰਵਾਰ ਨੂੰ ਬੰਦ ਰਹੇ। ਇਸ ਦੌਰਾਨ ਪੋਪ ਗਾਇਕਾ ਟੇਲਰ ਸਵਿਫਟ ਨੇ ਤੂਫਾਨ ਹੈਲਨ ਅਤੇ ਮਿਲਟਨ ਤੋਂ ਬਾਅਦ ਰਾਹਤ ਕਾਰਜਾਂ ਦਾ ਸਮਰਥਨ ਕਰਨ ਲਈ ਗੈਰ ਲਾਭਕਾਰੀ ਸੰਸਥਾ ਫੀਡਿੰਗ ਅਮਰੀਕਾ ਨੂੰ $5 ਮਿਲੀਅਨ ਅਮਰੀਕੀ ਡਾਲਰ ਦਾਨ ਕੀਤੇ ਹਨ। ਨਾਸਾ ਨੇ ਪੁਲਾੜ ਸੰਚਾਰ ਦੀ ਦਿਸ਼ਾ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਲੇਜ਼ਰ ਰਾਹੀਂ ਡਾਟਾ ਭੇਜਣ ਦਾ ਸਫਲ ਪ੍ਰੀਖਣ ਕੀਤਾ ਹੈ। ਉਸਨੇ 200 GB ਪ੍ਰਤੀ ਸਕਿੰਟ ਦੀ ਦਰ ਨਾਲ ਡਾਟਾ ਭੇਜਣ ਦਾ ਨਵਾਂ ਰਿਕਾਰਡ ਬਣਾਇਆ ਹੈ। ਨਾਸਾ ਨੇ ਆਪਣੀ ਜ਼ਮੀਨੀ ਸਟੇਸ਼ਨ ਤੇ ਸਥਾਪਿਤ ਇਸ ਘੱਟ ਕੀਮਤ ਵਾਲੇ ਆਪਟੀਕਲ ਟਰਮੀਨਲ ਤੋਂ ਪਹਿਲਾਂ ਲੇਜ਼ਰ ਸੁਨੇਹਾ, ਜੋ ਕਿ ਟੈਰਾਬਾਈਟ ਇਨਫਰਾਰੈਡ ਡਿਲੀਵਰੀ ਸੀ, ਧਰਤੀ ਦੇ ਹੇਠਲੇ ਪੰਧ ਵਿੱਚ ਘੁੰਮ ਰਹੇ ਇੱਕ ਟਿਸ਼ੂ ਬਾਕਸ ਦੇ ਆਕਾਰ ਦੇ ਨੈਨੋ ਸੈਟੇਲਾਈਟ ਨੂੰ ਭੇਜਿਆ।
ਲੇਜ਼ਰ ਕਮਿਊਨੀਕੇਸ਼ਨਸ ਰਾਹੀਂ ਰੇਡੀਓ ਫ੍ਰੀਕੁਐਂਸੀ ਤਰੰਗਾਂ ਦੇ ਮੁਕਾਬਲੇ ਇੱਕ ਸਮੇਂ ਵਿੱਚ 100 ਗੁਣਾ ਜ਼ਿਆਦਾ ਡਾਟਾ ਭੇਜਿਆ ਜਾ ਸਕਦਾ ਹੈ। ਇਸ ਲਈ ਐਲਕੋਟ ਨੂੰ ਪੁਲਾੜ ਸੰਚਾਰ ਦਾ ਭਵਿੱਖ ਕਿਹਾ ਜਾ ਰਿਹਾ ਹੈ। ਇਸ ਟੈਸਟ 'ਚ ਇੱਕ ਨਵਾਂ ਰਿਕਾਰਡ ਬਣਿਆ। 2000 ਗੀਗਾਬਾਈਟਸ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਡਾਟਾ ਨੈਨੋ ਸੈਟੇਲਾਈਟ ਤੋਂ ਐਲਕੋਟ ਨੂੰ ਟ੍ਰਾਂਸਫਰ ਹੋਇਆ ਹੈ। ਕੁੱਲ 3 ਮਿੰਟਾਂ 'ਚ ਐਲਕੋਟ ਨੂੰ 5 ਟੈਰਾਬਾਈਟ ਸਾਇੰਸ ਡਾਟਾ ਮਿਲਿਆ, ਜੋ 2500 ਘੰਟਿਆਂ ਦੀ ਹਾਈ ਡੈਫੀਨੇਸ਼ਨ ਵੀਡੀਓ ਦੇ ਬਰਾਬਰ ਹੈ। ਵਿਗਿਆਨੀ ਹੈਲੇਸ਼ ਸਫਾਈਵੀ ਇਸ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਹਨ। ਇਜ਼ਰਾਈਲ ਨੇ ਵੀਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਡਾਊਨਟਾਊਨ ਤੇ ਕਈ ਹਵਾਈ ਹਮਲੇ ਕੀਤੇ। ਇਸ ਹਮਲੇ 'ਚ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ 117 ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਡਿਫੈਂਸ ਫੋਰਸ ਅਨੁਸਾਰ ਇਹ ਹਵਾਈ ਹਮਲੇ ਰਾਸ ਅਲ ਨੁਬੇਰੀ ਦੇ ਆਲੇ ਦੁਆਲੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਲਿਬਨਾਨ ਵਿੱਚ ਸਰਗਰਮ ਈਰਾਨ ਸਮਰਥਿਤ ਸੰਗਠਨ ਹਿਜ਼ਬੁੱਲਾ ਨੇ ਇਜ਼ਰਾਈਲ ਉੱਤੇ ਕਈ ਹਮਲੇ ਕੀਤੇ, ਜਿਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਪ੍ਰਮੁੱਖ ਨੇਤਾਵਾਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲੀ ਡਿਫੈਂਸ ਫੋਰਸ ਨੇ ਕੁਝ ਹੀ ਮਿੰਟਾਂ ਵਿੱਚ ਕਈ ਰਾਕੇਟ ਦਾਗੇ। ਹਮਲੇ ਤੋਂ ਬਾਅਦ ਸਥਾਨਕ ਲੋਕਾਂ ਨੇ ਵੀਡੀਓ ਬਣਾਈ, ਜਿਸ 'ਚ ਇਮਾਰਤਾਂ 'ਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿੱਚ ਐਂਬੂਲੈਂਸ ਦੇ ਸਾਇਰਨ ਦੀ ਉੱਚੀ ਆਵਾਜ਼ ਸੁਣੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਇਹ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਮਲੇ 'ਚ 22 ਲੋਕਾਂ ਦੀ ਮੌਤ ਹੋ ਗਈ ਹੈ ਤੇ 117 ਤੇ ਲੋਕ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸੁਰੱਖਿਆ ਸੂਤਰਾਂ ਨੇ ਦੱਸਿਆ ਹੈ ਕਿ ਇਜ਼ਰਾਈਲ ਨੇ ਇਸ ਹਮਲੇ 'ਚ ਹਿਜ਼ਬੁੱਲਾ ਦੇ ਇੱਕ ਚੋਟੀ ਦੇ ਨੇਤਾ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲ ਦੀਆਂ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਇਸ ਹਮਲੇ ਨੂੰ ਕਾਫੀ ਹੱਦ ਤੱਕ ਸਫਲ ਮੰਨਿਆ ਜਾ ਰਿਹਾ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 20 ਲੋਕਾਂ ਦੀ ਹੱਤਿਆ ਕਰ ਦਿੱਤੀ। ਖਾਨਾਂ ਦੇ ਵਿੱਚ ਕੰਮ ਕਰ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ। ਪਾਕਿਸਤਾਨ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਮੁਤਾਬਕ ਇੱਕ ਵਿਅਕਤੀ ਹੱਥ ਵਿੱਚ ਬੰਦੂਕ ਲੈ ਕੇ ਖਾਨ ਵਿੱਚ ਦਾਖਲ ਹੋਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ 20 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਗੋਲੀ ਲੱਗਣ ਕਾਰਨ 7 ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹਨ। ਇਹ ਹਮਲਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹੋਇਆ। SCO ਕਾਨਫਰੰਸ ਤੋਂ ਠੀਕ ਪਹਿਲਾਂ ਹੋਏ ਇਸ ਹਮਲੇ ਨੇ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੁਝ ਹੀ ਦਿਨਾਂ 'ਚ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੇ ਨੇਤਾ ਪਾਕਿਸਤਾਨ ਦਾ ਦੌਰਾ ਕਰਨ ਜਾ ਰਹੇ ਹਨ। ਅਜਿਹੇ 'ਚ ਬਲੋਚਿਸਤਾਨ ਦੀ ਖਾਨ 'ਚ ਹੋਏ ਇਸ ਹਮਲੇ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਪੁਲਿਸ ਅਧਿਕਾਰੀ ਹਿਮਾਨੂ ਖਾਨ ਨਾਸਿਰ ਨੇ ਇਹ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਬਲੋਚਿਸਤਾਨ ਦੇ ਡੰਕੀ ਜ਼ਿਲ੍ਹੇ 'ਚ ਹੋਈ ਹੈ। ਡਿੰਕੀ ਵਿਖੇ ਕੋਲੇ ਦੀ ਖਾਨ ਕੋਲ ਇੱਕ ਬੰਦੂਕਧਾਰੀ ਆਇਆ ਅਤੇ ਸਾਰਿਆਂ ਨੂੰ ਇਕੱਠੇ ਖੜੇ ਹੋਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਬੰਦੂਕਧਾਰੀ ਨੇ ਇੱਕ-ਇੱਕ ਕਰਕੇ ਸਾਰਿਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ 'ਚ ਵੀ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲੀ ਲੱਗਣ ਨਾਲ 7 ਮਜ਼ਦੂਰ ਜ਼ਖਮੀ ਵੀ ਹੋ ਗਏ। ਕੈਨੇਡਾ ਦੇ ਵਿੱਚ ਰੋਜ਼ਗਾਰ ਦੇ ਬੱਤਰ ਹਾਲਾਤ ਪੇਸ਼ ਕਰਦੀ ਇੱਕ ਹੋਰ ਅਣਸੁਖਾਵੀ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ 1/4 ਕਾਮੇ ਆਪਣਾ ਗੁਜ਼ਾਰਾ ਚਲਾਉਣ ਦੇ ਲਈ ਗਿਗ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਹਨ। ਗਿਗ ਵਰਕਰਸ ਵਿੱਚ ਪਾਰਸਲ ਡਿਲੀਵਰੀ ਅਤੇ ਰਾਈਡ ਸ਼ੇਅਰਿੰਗ ਡਰਾਈਵਰ ਵਰਗੇ ਕੰਮ ਸ਼ਾਮਲ ਹੁੰਦੇ ਹਨ ਅਤੇ ਪੰਜਾਬ ਤੋਂ ਨਵੇਂ ਪੁੱਜ ਰਹੇ ਨੌਜਵਾਨਾਂ ਵਿੱਚੋਂ ਜ਼ਿਆਦਾਤਰ ਇਨ੍ਹਾਂ ਕਿੱਤਿਆਂ ਨੂੰ ਅਪਣਾਉਣ ਦੇ ਲਈ ਮਜਬੂਰ ਹੋ ਰਹੇ ਹਨ। CBC ਵੱਲੋਂ ਪ੍ਰਕਾਸ਼ਿਤ ਸਰਵੇਖਣ ਮੁਤਾਬਕ 18 ਸਾਲ ਤੋਂ 34 ਸਾਲ ਉਮਰ ਦੇ 30% ਕਾਮੇ ਗਿਗ ਵਰਕਰ ਵਜੋਂ ਕੰਮ ਕਰਦੇ ਹਨ, ਜਦਕਿ 35 ਸਾਲ ਤੋਂ 54 ਸਾਲ ਉਮਰ ਵਾਲਿਆਂ ਵਿੱਚ ਗਿਗ ਵਰਕਰਾਂ ਦੀ ਗਿਣਤੀ 23% ਦਰਜ ਕੀਤੀ ਗਈ ਹੈ। 55 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ 16% ਕਾਮੇ ਹੀ ਗਿਗ ਵਰਕਰ ਵਜੋਂ ਕੰਮ ਕਰਨਾ ਪਸੰਦ ਕਰਦੇ ਹਨ। ਦੂਜੇ ਪਾਸੇ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਸਾਊਥ ਏਸ਼ੀਅਨ ਜਾਂ ਅਫਰੀਕੀ ਮੁੱਲ ਦੇ ਹੁੰਦੇ ਹਨ, ਜਦਕਿ ਗੋਰਿਆਂ ਦੀ ਗਿਣਤੀ ਸਿਰਫ 20% ਦਰਜ ਕੀਤੀ ਗਈ ਹੈ। ਸਰਵੇਖਣ ਵਿੱਚ ਸ਼ਾਮਲ ਕਈ ਕਿਰਤੀਆਂ ਨੇ ਦੱਸਿਆ ਕਿ ਰਵਾਇਤੀ ਨੌਕਰੀ ਨਾਲ ਖਰਚਾ ਪੂਰਾ ਨਹੀਂ ਹੁੰਦਾ, ਜਿਸ ਕਰਕੇ ਉਹ ਗਿਗ ਵਰਕਰ ਵਜੋਂ ਵਾਧੂ ਕੰਮ ਕਰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਰਵਾਇਤੀ ਨੌਕਰੀਆਂ ਰਾਹੀਂ ਇੰਨੀ ਕਮਾਈ ਨਹੀਂ ਹੋ ਰਹੀ ਜਿੰਨੀ ਇਸ ਵੇਲੇ ਗੁਜ਼ਾਰਾ ਚਲਾਉਣ ਦੇ ਲਈ ਲਾਜ਼ਮੀ ਹੈ। ਵੈਂਕੂਵਰ ਦੀ ਫ੍ਰੀਲਾਂਸ ਗ੍ਰਾਫਿਕ ਡਿਜ਼ਾਈਨਰ ਚੈਰੀ ਲੋ ਨੇ ਇਹ ਦੱਸਿਆ ਕਿ ਉਹ ਆਪਣਾ ਖਰਚਾ ਚਲਾਉਣ ਦੇ ਲਈ ਰਵਾਇਤੀ ਨੌਕਰੀ ਕਰਨ ਦੀ ਬਜਾਏ ਪ੍ਰੋਜੈਕਟਾਂ ਤੇ ਆਧਾਰਿਤ ਕੰਮ ਕਰ ਰਹੀ ਹੈ, ਜਿਸ ਨਾਲ ਕਮਾਈ ਵਿੱਚ ਵਾਧਾ ਹੁੰਦਾ ਹੈ। ਇਸ ਤਰੀਕੇ ਨਾਲ ਕੰਮ ਦਾ ਸਮਾਂ ਖੁਦ ਤੈਅ ਕਰਨ ਦਾ ਮੌਕਾ ਮਿਲਦਾ ਹੈ ਅਤੇ ਕੋਈ ਵਾਧੂ ਦਬਾਅ ਵੀ ਨਹੀਂ ਹੁੰਦਾ। ਬਚਵੀਂ ਤਨਖਾਹ ਦੀ ਬਜਾਏ ਫ੍ਰੀਲਾਂਸ ਵਜੋਂ ਕੰਮ ਕਰਨਾ ਉਸ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।